चाचा खालिद काजी साहब के साथ हैं। इन्होंने हमें टेलीफ़ोन करके बुलाया इसलिए कि ये एक नुस्खा बताना चाहते हैं जो शुगर से मुतल्लिक़ है और उसको ये काफ़ी जगह पे अप्लाई कर चुके हैं और बहुत अच्छे उसके नताइज सामने आए हैं। हत्ता कि जो इंसुलिन लगाते हैं उनकी शुगर भी ठीक होना शुरू हुई है, कंट्रोल होना शुरू हुई है और इतने हैरत अंगेज़ इसके रिज़ल्ट हैं कि ये कहते हैं कि कुछ मरीज़ों की शुगर इसके इस्तेमाल से लो हो जाती है और ये खालिस हर्बल नुस्खा है जो आपको बताएंगे। तो आइए इनसे बात करते हैं कि वो कौन सा नुस्खा है। एक अच्छा पैगाम आ दोस्तों लिए कि कोई भी तुसी दवाई खानी आ दुरूद शरीफ पहले पढ़ के खाओगे अल्लाह ताला बहुत जल्द शिफा देगा। मेरी तरफ से छोटे मेरे बेटे नूं ਇਹ ਸੀ इंसुलिन ਲਾਉਂਦਾ ਸੀਗਾ ਤੇ ਇਹਦੇ ਖਾਣੇ ਨਾਲ ਬਹੁਤ ਸਾਰੀ ਡਾਊਨ ਹੋ ਜਾਂਦੀ ਸੀ। ਫਿਰ ਉਹ इंसुलिन भी कई दिन नहीं, रिजल्ट बहुत अच्छे है। ਜਿਹੜਾ आदमी भी ਇਹ ਖਾਊਗਾ इंशाअल्लाह अल्लाह ताला ਉਹਨੂੰ शिफा ਦੇਊਗਾ। कर देता की नाम ਉਹ ਇੱਥੇ ਅਸੀਂ ਟੋਬੇ ਗਏ ਸੀ ਸਮਾਨ ਚੱਕਣ ਵਾਸਤੇ। ਉੱਥੇ ਇੱਕ ਆਦਮੀ ਬੈਠਾ ਸੀ ਕੁਰਸੀ ਦੇ ਉੱਤੇ ਨੀਵੀਂ ਜੀ ਪਾ ਕੇ ਬੜਾ ਪਰੇਸ਼ਾਨ। ਅਸੀਂ ਉਹਨੂੰ ਪੁੱਛਿਆ ਕਿ ਯਾਰ ਕੀ ਗੱਲ ਆ ਤੈਨੂੰ? ਉਹ ਕਹਿੰਦਾ ਯਾਰ ਮੈਨੂੰ ਸ਼ੂਗਰ ਆ। ਉਹ ਮੁੰਡੇ ਨੂੰ ਮੈਂ ਕਿਹਾ, ਵੱਡੇ ਨੂੰ ਮੈਂ ਕਿਹਾ ਯਾਰ ਇਹਨੂੰ ਆ ਨੁਕਸਾ ਲਿਖ ਦੇ। ਉਹਨੇ ਲਿਖ ਕੇ ਦਿੱਤਾ। ਥੋੜ੍ਹੇ ਦਿਨਾਂ ਤੋਂ ਬਾਅਦ ਉਹ ਟੱਕਰਿਆ ਸਾਨੂੰ। ਉਹਨੇ ਕਿਹਾ ਯਾਰ ਮੇਰਾ ਤਾਂ ਤੁਸੀਂ ਭਲਾ ਹੀ ਕਰਤਾ, ਮੈਂ ਬਿਲਕੁਲ ਠੀਕ ਹਾਂ। ਅੱਛਾ, ਕਿੱਦਾਂ ਪਹੁੰਚਿਆ ਨੁਸਖਾ ਇਹ? ਸਾਡੇ ਕੋਲ ਇਹ ਨੁਸਖਾ ਇਸ ਤਰੀਕੇ ਨਾਲ ਪਹੁੰਚਿਆ। ਇੱਕ ਕੁਰਾਨ ਪਾਕ ਦਾ ਹਾਫਿਜ਼ ਸੀਗਾ, ਉਹਨਾਂ ਦੇ ਕਿਸੇ ਆਦਮੀ ਨੂੰ ਸੀਗੀ ਅਤੇ ਅੱਲਾ ਵਾਸਤੇ ਉਹਨੂੰ ਕਿਸੇ ਨੇ ਬੰਦੇ ਨੇ ਇਹ ਨੁਸਖਾ ਲਿਖ ਕੇ ਦਿੱਤਾ। ਉਹਨੇ ਕਿਹਾ ਪੈਸੇ ਨਹੀਂ ਲੈਣੇ, ਉੱਦਾਂ ਹੀ ਲਿਲਾ ਤੌਰ 'ਤੇ ਇਹ ਜਿਹਨੂੰ ਵੀ ਦੇਣਾ ਤੁਸੀਂ ਇਹ ਲਿਲਾ ਤੌਰ 'ਤੇ ਲਿਖ ਕੇ ਦੇਵੋ। ਇਨਸ਼ਾਅੱਲਾ ਅੱਲਾਹ ਤਾਲਾ ਆਰਾਮ ਦਿੰਦਾ ਹੈ। ਅਤੇ ਉਹਦੇ ਕੋਲੋਂ ਅਸੀਂ ਲਿਆਂਦਾ ਅਤੇ ਬੜੇ ਸਾਰੇ ਫਾਇਦੇ ਹੋਏ ਇਹਦੇ। ਅਤੇ ਹਰ ਇੱਕ ਆਦਮੀ ਜਿਹਨੂੰ ਵੀ ਸ਼ੂਗਰ ਆ ਇਹ इस्तेमाल करके देखें, इंशाअल्लाह अल्लाह ताला शिफा देगा। नाज़रीन, ये नुस्खा जो है ये आपके सामने स्क्रीन के ऊपर आ चुका है। कड़वे जौ हैं, ये 2 छटांग लेने हैं। बादाम गिरी है 2 छटांग और मगज़ जो हैं 4 किस्म के 2 छटांग लेने हैं और कलवंजी 2 छटांग लेनी है। चने जो हैं भुने हुए आधा पाव और छोटी इलायची जो है वो 1 छटांग लेनी है। तो इसको नोट कर लें। इसको बनाने का तरीका भी आपको बताते हैं कि किस तरह बनाना है, डोज़ क्या है ये भी आपको बताते हैं। इन्हां नूं इकट्ठियां नूं पीस के ना ते सुबह नूं निहार खाना कैप्सूल भर के ते शाम नूं रोटी खाण तो पहले खा लेना। एक कैप्सूल 2 टाइम। कैप्सूल किड्डा होना चाहिए? कैप्सूल आ ਜਿਹੜੇ ਖਾਲੀ ਮਿਲਦੇ ਨਹੀਂ ਆਪਣੇ ਪੰਸਾਰੀ ਦੇ, ਉੱਥੋਂ ਪੰਸਾਰੀ ਤੋਂ ਲੈ ਕੇ ਨਾ ਇੱਕ ਵੱਡੇ ਹੁੰਦੇ ਆ ਇੱਕ ਛੋਟੇ ਹੁੰਦੇ ਆ। ਵੱਡੇ ਜਿਹੜੇ ਉਹ ਲੈ ਲੈਣੇ, ਵੱਡੇ ਸਾਈਜ਼ ਦੇ ਕੈਪਸੂਲ। ਹਾਂਜੀ ਵੱਡੇ ਸਾਈਜ਼ ਦੇ। ਤੇ ਕਿੰਨੇ ਅਰਸੇ 'ਚ ਇਹਦਾ ਰਿਜ਼ਲਟ ਸਾਹਮਣੇ ਆਉਣਾ ਸ਼ੁਰੂ ਹੋ ਜਾਏਗਾ? इंशाअल्लाह 8 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਪਤਾ ਲੱਗ ਜੂਗਾ ਕਿ ਮੈਂ ਇਹ ਦਵਾਈ ਖਾਧੀ ਆ। 2 ਮਹੀਨੇ 'ਚ ਬਿਲਕੁਲ ਐਨ ਠੀਕ ਹੋ ਜਾਂਦਾ। 2 ਮਹੀਨੇ ਦਵਾਈ ਖਾ ਫਿਰ ਗਾਹੇ ਬਗਾਹੇ ਖਾਂਦਾ ਰਹੇ ਖਾ ਕੇ ਚੰਗਾ ਰਹੇਗਾ। यानी अंग्रेज़ी दवाइयाँ तो जान छुड़ाई जा सकती है। जान छुड़ाई जा सकती है। हाँ, किन्नी की कास्ट आ जाती है ये तकरीबन ये पैसे लग जाने 300 रुपया लग जूगा, 350। ਉੱਥੋਂ ਪੰਸਾਰੀ ਤੋਂ ਲੈ ਕੇ ਕੋਲ ਹੀ ਉਹਨਾਂ ਦੀਆਂ ਚੱਕੀਆਂ ਲੱਗੀਆਂ, ਉਹਨਾਂ ਤੋਂ ਗ੍ਰੈਂਡ ਕਰਾ ਲਵੇ ਅਤੇ ਖਾਲੀ ਕੈਪਸੂਲ ਜਿਹੜੇ ਆ ਵੱਡੀ ਸਾਈਜ਼ ਦੇ ਲੈ ਕੇ ਤਾਂ ਉਹਨਾਂ ਦੇ ਵਿੱਚ ਭਰ ਕੇ ਅਤੇ ਤੁਸੀਂ ਉਹ ਖਾ ਸਕਦੇ। ਇਹ 300 ਦੀ ਦਵਾਈ ਦੇ ਨਾਲ ਕਿੰਨੇ ਦਿਨ ਨਿਕਲ ਜਾਣਗੇ? ਇਹਦੀ ਕਿੰਨੀ ਕੁ ਬਣ ਜਾਂਦੀ ਹੈ ਦਵਾਈ? ਤਕਰੀਬਨ ਇਹ 2 ਮਹੀਨਿਆਂ ਤੋਂ ਜ਼ਿਆਦਾ ਹੀ ਟਾਈਮ ਨਿਕਲ ਜਾਣਾ ਹੈ। 300 ਦੀ ਦਵਾਈ ਨਾਲ 2 ਮਹੀਨੇ ਤੋਂ ਜ਼ਿਆਦਾ ਟਾਈਮ ਨਿਕਲ ਜਾਣਾ। ਹਾਂਜੀ ਹਾਂਜੀ।
ਇਹ ਤਾਂ ਫਿਰ ਕਾਫੀ ਸਸਤੀ ਪੈ ਜਾਏਗੀ। ਹਾਂਜੀ ਔਰ ਅਗਰ ਕਿਸੇ ਨੂੰ ਅੱਛਾ ਰਿਜ਼ਲਟ ਮਿਲ ਜਾਏ ਹਾਂਜੀ, ਤੇ ਸਾਡੇ ਲਈ ਦੁਆ ਕਰਦੇ ਹਾਂ। ਬਖਸ਼ੀਸ਼ ਦੀ ਬਸ। ਸਹੀ ਜਿਹੜਾ ਤੁਸੀਂ ਦੱਸਦੇ ਆ ਕਿ ਸ਼ੂਗਰ ਇਹ ਖਾਣ ਤੋਂ ਬਾਅਦ ਲੋ ਵੀ ਹੋ ਜਾਂਦੀ ਹੈ ਹਾਂਜੀ। ਕਈ ਲੋਕਾਂ ਦੀ, ਲੋਅ ਉਹ ਲੋ ਕਿੰਨੀ ਮੈਡੀਸਨ ਖਾਣ ਤੋਂ ਬਾਅਦ ਕਿੰਨੀ ਦੇਰ ਬਾਅਦ ਲੋ ਹੋ ਜਾਂਦੀ ਹੈ? ਤੇ 15-20 ਮਿੰਟ ਬਾਅਦ। 15-20 ਮਿੰਟ ਬਾਅਦ। ਹਾਂਜੀ, 15-20 ਮਿੰਟ ਤੋਂ ਬਾਅਦ ਉਹ ਲੋ ਹੋ ਜਾਂਦਾ। ਕੀ ਮਹਿਸੂਸ ਹੁੰਦਾ ਫਿਰ ਮਰੀਜ਼ ਨੂੰ? ਇਹ ਜ਼ਿਆਦਾਤਰ ਤਾਂ ਭੁੱਖ ਲੱਗ ਜਾਂਦੀ ਹੈ, ਜਿਸਮ ਨੂੰ ਕੰਬਣਾ, ਜਿੱਦਾਂ ਕੰਬਦਾ ਹੁੰਦਾ ਜਿਸਮ, ਇੱਦਾਂ ਹੋਣ ਲੱਗ ਜਾਂਦੀ ਹੈ। ਫਿਰ ਤੁਸੀਂ ਸਮਝ ਲਓ ਕਿ ਮੇਰੀ ਸ਼ੂਗਰ ਜਿਹੜੀ ਉਹ ਲੋ ਹੋ ਗਈ ਹੈ। ਜਾਂ ਤਾਂ ਫੌਰੀ ਕੋਈ ਮਿੱਠੀ ਸ਼ੈ ਖਾ ਲਓ, ਜਾਂ ਫਿਰ ਰੋਟੀ ਵਗੈਰਾ, ਯਾਨੀ ਕੋਈ ਨਾ ਕੋਈ ਸ਼ੈ ਖਾਣੀ ਚਾਹੀਦੀ ਹੈ ਪੇਟ ਦੇ ਵਿੱਚ, ਕੋਈ ਨਾ ਕੋਈ ਸ਼ੈ ਜਾਣੀ ਚਾਹੀਦੀ ਹੈ, ਫਿਰ ਉਹ ਠੀਕ ਹੋ ਜੂਗੀ, ਹੱਥ ਪੈਰ ਕੰਬਣੋਂ ਹਟ ਜਾਣਾ। जी नाज़रीन, ये मफाद आमा के लिए नुस्खा चाचा खालिद काजी साहब ने बता दिया है, और उनका कहना है कि जिसको फ़ायदा हो जाए वो हमारे लिए सिर्फ दुआ कर दे, ताकि ये बहुत सारे लोग जो हैं एलोपैथिक अद्वियात खाने से उनके साइड इफ़ेक्ट का शिकार हो जाते हैं। तो ये ऐसी चीज़ें होती हैं जो हमारे रोज़मर्रा इस्तेमाल की होती हैं, इनको खाने की तरतीब और कुछ फार्मूलेशन बनाने के बाद हम इनसे अच्छे फ़वाइद हासिल कर सकते हैं। तो आप भी बनाएं इसको, कि इन्होंने जिन लोगों को दिया है उन पे काफ़ी इफ़ेक्टिव रहा है। हो सकता है किसी को ये फार्मूला बहुत अच्छा फिट बैठ जाए और उसकी शुगर जो है वो काफ़ी लंबे अरसे तक कंट्रोल रहे। तो दुआओं में याद रखिएगा और इस फार्मूले को आजमाएं और हमारे लिए दुआ कीजिए। बहुत बहुत शुक्रिया। अस्सलाम वालेकुम। यानी हर बंदा खाने तो पहले दवाई दरूद शरीफ ਦਰੂਦ ਸ਼ਰੀਫ ਪੜ੍ਹੇ। ਦਰੂਦ ਸ਼ਰੀਫ ਜਿਹੜਾ ਬੰਦਾ ਦਰੂਦ ਸ਼ਰੀਫ ਪੜ੍ਹ ਕੇ ਦਵਾਈ ਖਾਊਗਾ ਉਹਨੂੰ ਬਹੁਤ ਜਲਦ ਆਰਾਮ ਆਊਗਾ। ਬਹੁਤ ਹੀ ਅੱਲਾਹ ਤਾਲਾ ਕਰਮ ਕਰ ਦਿੰਦਾ ਉਹਦੇ ਵਿੱਚ ਆਪਣਾ, ਬਹੁਤ ਜਲਦੀ ਕਰ ਦਿੰਦਾ। माशाअल्लाह, बिल्कुल बीमारी और शफा दोनों ही अल्लाह की तरफों होनी है। इसलिए अल्लाह के हबीब और आखिरी नबी हज़रत मोहम्मद सल्लल्लाहु अलैहि वसल्लम से दरूद पाक पढ़ने तो बाद दवाई का इस्तेमाल किया जाए तो ਉਹਦੇ ਰਿਜ਼ਲਟ ਬਹੁਤ ਅੱਛੇ ਹੋ ਜਾਂਦੇ। ਇਹ ਕੋਈ ਜ਼ਰੂਰੀ ਨਹੀਂ ਕਿ ਇਹੀ ਦਵਾਈ ਖਾਣ ਤੋਂ ਪਹਿਲਾਂ ਪੜ੍ਹਨੀ ਹੈ। ਕੋਈ ਵੀ ਤੁਸੀਂ ਦਵਾਈ ਖਾਣੀ ਆ, ਇਹ ਦਰੂਦ ਸ਼ਰੀਫ ਪਹਿਲੇ ਪੜ੍ਹ ਕੇ ਖਾਓਗੇ ਇਨਸ਼ਾਅੱਲਾ ਬਹੁਤ ਜਲਦੀ ਫਾਕਾ ਹੋਊਗਾ। ਕੋਈ ਵੀ ਦਵਾਈ ਹੋਵੇ, ਕਿਸੇ ਕਿਸਮ ਦੀ ਹੋਵੇ, ਕਿਸੇ ਬਿਮਾਰੀ ਦੀ ਹੋਵੇ। बिल्कुल जी, असी मुसलमान हाँ और साडा इस गल ते यकीन है कि नबी अलैहिस्सलाम ते दरूद पाक जो पढ़िया जाता वैसे ही रब दियाँ रहमतां हो जांदियां। वैसे भी कुरान पाक की हर आयत जिहड़ी ओहदा भी एक अपना ही रंग और अपनी ही अफादियत है, लेकिन नबी अलैहिस्सलाम ते दरूद पढ़ने के फवायद जिहड़े आ वो तां फिर उन्हां दा शुमार ही नहीं है।